अस्सलाम वालेकुम, मैं असद अब्बास जाफरी ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਦੁਬਈ ਤੋਂ ਸਕਸੈਸ ਸਟੋਰੀ ਦੀ ਇੱਕ ਨਵੀਂ ਐਪੀਸੋਡ ਲੈ ਕੇ। ਤੇ ਅੱਜ ਸਾਡੇ ਕੋਲ ਸਟੂਡੀਓ ਦੇ ਵਿੱਚ ਮੌਜੂਦ ਨੇ असद अब्बास ਰਾਂਝਾ, ਮਾਰੂਫ ਮਸ਼ਹੂਰ ਟਿਕਟੋਕਰ, ਪੰਜਾਬ ਦੇ ਕਲਚਰ ਨੂੰ ਫਰੋਗ ਦੇ ਰਹੇ ਨੇ। ਮਾਸ਼ਾਅੱਲਾ ਬਹੁਤ ਅੱਛਾ ਕਰ ਰਹੇ ਨੇ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। अस्सलाम वालेकुम ਜੀ। ਵਾਲੇਕੁਮ ਸਲਾਮ ਸਰ, ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਤਸ਼ਰੀਫ ਲੈ ਆਏ ਹੋ ਸਾਡੇ ਸਟੂਡੀਓ ਦੇ ਵਿੱਚ। ਤੇ ਸਕਸੈਸ ਸਟੋਰੀ ਜੋ ਕਿ ਸਾਡਾ ਪ੍ਰੋਗਰਾਮ ਹੈ, ਅਸੀਂ ਇਹਨੂੰ ਡਿਸਕਸ ਕਰਨੇ ਆ ਕਿ ਕਿਸ ਤਰ੍ਹਾਂ ਬੰਦਾ ਜਿਹੜਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਇਆ ਹੈ। ਤੇ ਤੁਹਾਡੀ ਜਿਹੜੀ ਸਕਸੈਸ ਸਟੋਰੀ ਹੈ ਉਹ ਇੱਕ ਬਹੁਤ ਖੂਬਸੂਰਤ ਹੈ, ਲੋਕਾਂ ਨੂੰ ਅਟਰੈਕਟ ਇਸ ਵਾਸਤੇ ਕਰ ਰਹੀ ਕਿ ਚूँकि ਅਸੀਂ ਪੰਜਾਬੀ ਹਾਂ ਜੀ ਬਿਲਕੁਲ, ਔਰ ਸਰਗੋਦੇ ਤੋਂ ਰਹਿਣ ਵਾਲੇ ਹਾਂ। ਸਾਡੀ ਤੋਂ ਕਿ ਮਤਲਬ ਕਲਚਰ ਜਿਹੜਾ ਹੈ ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਹੋ। ਤੁਸੀਂ ਪਗੜੀ ਵੀ ਬੰਨੀ ਹੁੰਦੀ ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਤਹਿਮਦ, ਜਿਹਨੂੰ ਅਸੀਂ ਤਹਿਮਦ ਵੀ ਆਖਦੇ ਹਾਂ, ਮਜਲਾ ਵੀ ਆਖਦੇ ਹਾਂ, ਮਜਲਾ ਵੀ ਆਖਦੇ ਹਾਂ। ਸਾਡੀ ਜਿਹੜੀ ਟਿਪੀਕਲ ਪੰਜਾਬੀ ਸਰਗੋਦਾ ਦੀ ਉਹਦੇ ਜਿਸ ਨੂੰ ਮਜਲਾ ਆਖਦੇ ਹਾਂ। ਮੰਡੀ ਬੋਲਦੀ ਨਾਲੇ ਤਹਿਮਤ ਆਦੇ ਨੂੰ ਤੇ ਅਸੀਂ ਨੂੰ ਮਜਲਾ ਆਖਦੇ ਹਾਂ। ਉਸ ਤੋਂ ਬਾਅਦ ਹਾਂ ਮੈਲੀ ਹੋ ਗਏ, ਮਜਲਾ ਹੋ ਗਿਆ, ਜਾਂ ਜੱਗਾ ਸੀ ਜਿਵੇਂ ਕੁਰਤਾ ਜਿਹੜਾ ਹੈ ਇਹ ਪਾ ਕੇ ਤੇ ਤੁਸੀਂ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਦੁਬਈ ਦੇ ਵਿੱਚ ਇਹ ਆਪਣੇ ਕਲਚਰ ਨੂੰ ਲੈ ਕੇ ਲੱਗੇ ਫਿਰਦੇ ਜੇ, ਜਿਹਦੀ ਵਜ੍ਹਾ ਤੋਂ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਤੇ ਜਿਹੜੇ ਆਪਣੇ ਕਲਚਰ ਨਾਲ ਮੁਹੱਬਤ ਕਰਨ ਵਾਲੇ ਪਾਕਿਸਤਾਨੀ, ਬਿਲਖਸੂਸ ਪੰਜਾਬੀ ਤੇ ਇੰਡੀਆ ਦੇ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਚੱਲ ਰਹੇ, ਉਹ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਤੇ ਇਹਦੇ ਵਾਸਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੇ ਲੋਕ ਦਾ ਸ਼ੁਕਰੀਆ, ਤੁਸੀਂ ਇਨਵਾਈਟ ਕੀਤਾ, ਬੜਾ ਅੱਛਾ ਲੱਗਿਆ ਤੁਹਾਡੇ ਕੋਲ ਆ ਕੇ। ਚਲ ਬਹੁਤ ਸ਼ੁਕਰੀਆ। ਲੋਕ ਜਾਣਨਾ ਚਾਹੁੰਦੇ ਨੇ ਕਿ असद अब्बास ਰਾਂਝਾ ਜਿਹੜੇ ਨੇ ਇਹ ਪਾਕਿਸਤਾਨ ਦੇ ਕਿਹੜੇ ਸੂਬੇ ਤੋਂ, ਕਿਹੜੇ ਸ਼ਹਿਰ ਤੋਂ ਤਾਲੁਕ ਰੱਖਦੇ ਨੇ, ਤੇ ਇਹਨਾਂ ਦਾ ਜਿਹੜਾ ਹੈ ਇਬਤਦਾਈ ਜ਼ਿੰਦਗੀ ਜਿਹੜੀ ਹੈ ਉਹਦੇ ਹਵਾਲੇ ਨਾਲ ਤੁਸੀਂ ਦੱਸੋ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ। ਬਹੁਤ ਅੱਛਾ ਕੁਐਸਚਨ ਕੀਤਾ ਹੈ। ਮੇਰੇ ਕੋਲ ਜ਼ਿਆਦਾਤਰ ਲੋਕ ਜਿਹੜੇ ਹਨ ਮੋਸਟਲੀ ਮੈਨੂੰ ਨਹੀਂ ਜਾਣਦੇ ਹੁੰਦੇ ਕਿ ਮੇਰੀ ਲੋਕੇਸ਼ਨ ਕੀ ਹੈ। ਉਹ ਕਮੈਂਟਸ ਵਿੱਚ ਪੁੱਛ ਰਹੇ ਹੁੰਦੇ ਨੇ ਕਿ ਯਾਰ ਅਸੀਂ ਤੁਹਾਡੇ ਵਾਲਦ ਸਾਹਿਬ ਨੂੰ ਮਿਲਣਾ ਹੈ, ਤੁਹਾਨੂੰ ਮਿਲਣਾ ਹੈ, ਕੋਈ ਡੇਰੇ ਦਾ ਐਡਰੈਸ। ਡੇਰੇ ਦਾ ਐਡਰੈਸ ਸਾਡਾ ਇਹ ਕਿ ਤੁਸੀਂ ਗੂਗਲ 'ਤੇ ਵੀ ਲਿਖੋ ਡੇਰਾ ਬੁਰਹਾਨ ਰਾਂਝਾ, ਗੂਗਲ 'ਤੇ, ਗੂਗਲ ਮੈਪ 'ਤੇ ਆ ਜਾਂਦਾ। ਸਿਆਲ ਮੋੜ ਇੱਕ ਜਗ੍ਹਾ, ਇੰਟਰਚੇਂਜ ਵੀ ਸਾਡੇ ਨਾਲ ਲੱਗਦਾ ਹੈ। ਅੱਛਾ, ਨਹੀਂ ਹੁਣ ਤੁਸੀਂ ਲੋਕਾਂ ਨੂੰ ਕਲੀਅਰ ਕਰੋ ਕਿ ਮੰਡੀ ਬਾਉਦੀਨ 'ਚ ਆਉਂਦਾ ਜਾਂ ਸਰਗੋਦਾ ਵਿੱਚ ਆਉਂਦਾ। ਤਹਿਸੀਲ ਕੋਟ ਮੋਮਨ ਹੈ ਸਾਡੀ, ਜ਼ਿਲ੍ਹਾ ਸਰਗੋਦਾ। ਠੀਕ ਹੋ ਗਿਆ। ਇੰਟਰਚੇਂਜ ਸਾਡੇ ਬਿਲਕੁਲ ਘਰ ਤੋਂ 2 ਕਿਲੋਮੀਟਰ ਦੂਰ ਹੈ, ਸਿਆਲ ਮੋੜ ਇੰਟਰਚੇਂਜ। ਬਿਲਕੁਲ ਠੀਕ ਹੋ ਗਿਆ ਜੀ ਭਾਈ ਸਾਹਿਬ। ਤੇ ਇਹ ਦੱਸੋ ਕਿ ਤੁਸੀਂ ਵੈਸੇ ਪੁੱਛਣਾ ਤਾਂ ਨਹੀਂ ਚਾਹੀਦਾ ਦਿਨ ਕਿ ਮਰਦਨ ਪੁੱਛ ਲਓ ਤਾਂ ਕੋਈ ਮਸਲਾ ਨਹੀਂ ਹੁੰਦਾ, ਤੇ ਔਰਤਾਂ ਥੋੜਾ ਮਸਲਾ ਹੁੰਦਾ ਵੀ ਕਿਹੜੇ ਸਥਾਨ 'ਚ ਪੈਦਾ ਹੋਏ ਹੋ ਤੇ ਕਿਹੜੀ ਮਤਲਬ ਸਰਕਾਰੀ ਜਿਹੜਾ ਸਕੂਲ ਉੱਥੋਂ ਤਾਲੀਮ ਹਾਸਿਲ ਕੀਤੀ, ਕਿਹੜੇ ਸਕੂਲ ਗਏ, ਕਿਹੜੇ ਕਾਲਜ ਗਏ, ਕਿਹੜੀ ਯੂਨੀਵਰਸਿਟੀ ਗਏ, ਤਾਂ ਕਿ ਪਤਾ ਲੱਗੇ ਨਾ। ਹੁਣ ਕਲਚਰ ਤੋਂ ਤੇ ਤੁਸੀਂ ਜਿਵੇਂ ਮਜਲਾ ਬੰਨੇ ਹੋਇਆ ਤੇ ਉਸ ਤੋਂ ਬਾਅਦ ਜੱਗਾ ਪਾਇਆ, ਪਗੜੀ ਬੰਨੀ ਹੋਈ, ਲੋਕ ਇਹ ਸਮਝਦੇ ਨੇ ਕਿ ਸ਼ਾਇਦ ਕੋਈ ਟੋਟਲ ਪੰਜਾਬੀ ਜਿਹੜਾ ਹੈ ਤੇ ਬਿਲਕੁਲ ਜਿਵੇਂ ਜੱਟਾਂ ਦੇ ਹੁੰਦਾ ਨਾ, ਜੱਟਾਂ ਦੇ ਬਾਅਦ ਜ਼ਿਆਦਾ ਪੜ੍ਹਦੇ ਵੀ ਕੋਈ ਨਹੀਂ, ਤੇ ਉਹਨਾਂ ਨੂੰ ਪਤਾ ਲੱਗੇ ਕਿ ਬਈ असद अब्बास ਜਿਹੜਾ ਚੰਗਾ ਭਲਾ ਪੜ੍ਹਿਆ ਲਿਖਿਆ। ਉਸ ਦੇ ਹਵਾਲੇ ਨਾਲ ਦੱਸੋ। ਅੱਛਾ, ਮੈਂ ਤੁਹਾਨੂੰ ਕਲੀਅਰ ਕਰਦਾ ਕਿ ਲੋਕ ਮੇ ਵੀ ਕੁਝ ਜਿਹੜੇ ਹਨ ਮੈਨੂੰ ਸਹੀ ਅੱਛੀ ਤਰ੍ਹਾਂ ਪਛਾਣਦੇ ਨੇ, ਕਿਉਂਕਿ ਮੇਰੇ ਜ਼ਿਆਦਾਤਰ ਇੰਟਰਵਿਊ ਜਿਹੜੇ ਨੇ ਇੰਗਲਿਸ਼ ਵਿੱਚ ਵੀ ਆਉਂਦੇ ਨੇ। ਅੱਛਾ, ਗੁੱਡ, ਮਾਸ਼ਾਅੱਲਾ। ਤੇ ਬਾਕੀ ਜਨਾਬ, ਮੇਰੀ ਪੈਦਾਇਸ਼ ਜਿਹੜੀ ਹੈ ਉਹ 1 ਅਗਸਤ 1994 ਵਿੱਚ ਸਰਗੋਦਾ ਫਾਤਮਾ ਜਨਾਹ ਹਸਪੀਟਲ ਵਿੱਚ ਹੋਈ ਹੈ ਜਨਾਬ। ਸਹੀ ਹੈ। ਤੇ ਬਾਕੀ ਇਬਤਦਾਈ ਤਾਲੀਮ ਮੈਂ ਆਪਣੇ ਗਾँव ਤੋਂ, ਪਿੰਡ ਸਾਡਾ ਰਾਜਾ ਡਾਰ ਹੈ। ਸਹੀ ਹੈ। ਗਾँव ਤੋਂ ਟਾਟ ਤੇ ਪੜ੍ਹਿਆ ਬਿਲਕੁਲ। ਅੱਛਾ। ਉਸ ਤੋਂ ਬਾਅਦ ਮੈਂ ਚਲਾ ਗਿਆ ਹਾਈ ਸਕੂਲ ਲਕਸੀਆਂ। ਸਹੀ ਹੈ। ਮੈਟ੍ਰਿਕ ਮੈਂ ਉੱਥੋਂ ਕੀਤੀ। ਉਸ ਤੋਂ ਬਾਅਦ ਜਨਾਬ ਅਸੀਂ ਦਾਰੇ ਰਕਮ ਕਾਲਜ ਸਰਗੋਦਾ ਤੋਂ ਮੈਂ ਆਪਣਾ FA ਕੀਤਾ। ਹੋਸਟਲ ਮਤਲਬ ਇੱਕ ਬੋਰਡਿੰਗ ਵਗੈਰਾ ਉਹਨਾਂ ਦੀ ਹੈ। ਸਹੀ ਹੈ। ਉਸ ਤੋਂ ਬਾਅਦ ਅਸੀਂ ਸਰਗੋਦਾ ਯੂਨੀਵਰਸਿਟੀ ਜੁਆਇਨ ਕੀਤੀ 2012 ਵਿੱਚ। 12 ਤੋਂ 16 ਮੈਂ ਜਨਾਬ ਬੈਚਲਰਸ ਦੀ ਡਿਗਰੀ ਕੀਤੀ BS ਹਾਨਰਸ ਹਿਸਟਰੀ ਵਿੱਚ, ਤਾਰੀਖ ਪੜ੍ਹੀ ਜਨਾਬ। ਅੱਛਾ, ਤਾਰੀਖ ਪੜ੍ਹੀ। ਉਸ ਤੋਂ ਬਾਅਦ ਜਨਾਬ ਅਸੀਂ ਲਾ ਵੀ ਸਟਾਰਟ ਕੀਤਾ, ਕੋਈ ਕੰਪੀਟੀਸ਼ਨ ਦੀ ਤਿਆਰੀ ਸਟਾਰਟ ਕੀਤੀ। ਅੱਛਾ, CSS ਵੀ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਯੂਨੀਵਰਸਿਟੀ ਸ਼ਿਫਟ ਹੋ ਗਿਆ ਉਸੇ। ਅੱਛਾ ਅੱਛਾ, ਲਾਹੌਰ। ਬੜਾ ਪੜ੍ਹਨਾ, ਬੜੀ ਮਿਹਨਤ ਕਰਨੀ, ਇੱਕ ਬੜਾ ਮੋਟਿਵ ਆ ਕੇ ਅਫਸਰ ਬਣਨਾ। ਸਹੀ ਹੈ। ਯਕੀਨ ਕਰੋ ਕਿ ਸਾਡੀ ਇੱਕ ਅਕੈਡਮੀ ਆਈ ਉੱਥੇ, ਟੌਪਰਸ ਅਕੈਡਮੀ ਦੇ ਨਾਂ ਤੋਂ। ਸਹੀ ਹੈ। ਬਰਕਤ ਮਾਰਕੀਟ ਵਾਲੀ ਸਾਈਡ ਤੇ ਬਣਾਈ ਹੈ। ਬਿਲਕੁਲ ਠੀਕ। ਇਤਨਾ ਸ਼ੌਕ ਆ ਕਿ ਅਸੀਂ ਨਾ ਟੱਬ ਵਿੱਚ ਪਾਣੀ ਰੱਖ ਕੇ ਨਿੰਦਰ ਆਉਂਦੀ ਹੈ, ਪੈਰ ਵਿੱਚ ਰੱਖਣੇ। ਇਤਨਾ ਸ਼ੌਕ ਆ ਸਹੀ ਹੈ ਕਿ ਮੇਰੇ ਵਾਲਦ ਸਾਹਿਬ ਨੂੰ ਬਹੁਤ ਸ਼ੌਕ ਆ ਕਿ ਅਫਸਰ ਬਣੇ। ਸਹੀ ਹੈ। ਬਾਅਦ ਵਿੱਚ ਮੇਰੀ ਜੌਬ ਹੋਈ 16 ਸਕੇਲ ਦੀ ਵਫਾਕੀ ਮੁਹੱਤਸਿਬ ਵਿੱਚ। ਅੱਛਾ, ਗੁੱਡ, ਮਾਸ਼ਾਅੱਲਾ। ਦਾ ਮਤਲਬ ਕਿ ਤੁਸੀਂ CSS ਦਾ ਇਮਤਿਹਾਨ ਦਿੱਤਾ? ਨਹੀਂ, CSS ਕੋਈ ਨਾ ਦਿੱਤਾ। ਅੱਛਾ, ਤੇ ਵਫਾਕੀ ਮੁਹੱਤਸਿਬ ਦੇ ਵਿੱਚ FPSC ਦੇ। ਅੱਛਾ, ਠੀਕ ਹੈ। ਠੀਕ ਹੋ ਗਿਆ। ਉੱਥੇ ਮੈਂ ਤਕਰੀਬਨ 8 ਤੋਂ 9 ਮਹੀਨੇ ਸਰਵ ਕੀਤਾ। ਠੀਕ ਹੈ। ਉਹ ਇੰਜ ਹੋਇਆ ਕਿ ਇੱਕ ਵਾਰੀ ਵਾਲਦ ਸਾਹਿਬ ਨੇ ਇਨਕਾਲ ਕੀਤੀ। ਸਹੀ ਹੈ। ਮੈਂ ਆ ਰਿਹਾ ਸੂ ਵਾਪਸ ਆਪਣੀ ਰਿਹਾਇਸ਼ 'ਤੇ। ਠੀਕ ਹੈ। ਤੇ ਉਹ ਨਾ ਬੈਟਰੀ ਮੇਰੇ ਫੋਨ ਦੀ ਲੋ ਹੈ। ਸਹੀ ਹੈ। ਤੇ ਫੋਨ ਬੰਦ ਹੋ ਗਿਆ ਨਾ, ਮੈਂ ਕੱਢਿਆ ਤੇ ਇੰਜ ਵੇਖਿਆ ਹੀ ਬਜ਼ੁਰਗਾਂ ਦੀ ਕਾਲ ਇਤਨ ਬੰਦ ਹੋ ਗਿਆ ਬੈਟਰੀ। ਸਹੀ ਹੈ।
ਮੁੜ ਤਕਰੀਬਨ ਮੈਂ ਮੁੜ ਆਪਣੇ ਡੇਰੇ ਤੇ ਵਗ ਗਿਆ ਉਸ ਉੱਥੇ ਸਾਡੇ ਮਤਲਬ ਜਾਣਨ ਵਾਲਿਆਂ ਗੁਜਰ ਸਾਹਿਬਾਨ ਹੈ ਉਹਨਾਂ ਦਾ ਬੜਾ ਅੱਛਾ ਉੱਥੇ ਸੈਟਅਪ ਬਾਵਲਪੁਰ ਉੱਥੇ ਜਟਕਾ ਮਾਲ ਜਿਵੇਂ ਬੱਜੀ ਗਾਈ ਉਹਨਾਂ ਰੱਖੀਆਂ ਦੋ ਛੋਟਾ ਲੱਭਦਾ ਮੈਂ ਮੁੜ ਉੱਥੇ ਸ਼ਿਫਟ ਹੋ ਗਿਆ ਹਾਂ ਨਹੀਂ ਬਹੁਤ ਜ਼ਰੂਰੀ ਵੀ ਆ ਤੁਹਾਡੇ ਵਾਸਤੇ ਤੇ ਉਸ ਦਿਨ ਨਾ ਅੰਧੇਰੀ ਬੜੀ ਆਈ ਹੋਈ ਮੌਸਮ ਬੜਾ ਖਰਾਬ ਠੀਕ ਹੈ ਫੋਨ ਮੇਰਾ ਬੰਦ ਤਕਰੀਬਨ 3 ਤੋਂ 4 ਮਹੀਨੇ ਹੋਏ ਬਜ਼ੁਰਗਾਂ ਦੀ ਬਸ ਨਾਰਮਲ ਕਾਲ ਆਈ ਤੇ ਬਸ ਬੰਦ ਹੋ ਗਈ ਮੈਨੂੰ ਕੋਈ ਨਾ ਯਾਦ ਰਿਹਾ ਮੈਂ ਵੀ ਬਿਜ਼ੀ ਹੋ ਗਿਆ ਉੱਥੇ ਇੰਝ ਹੁੰਦਾ ਕਿ ਮੈਂ ਸੁੱਤੋ ਆਉਂਦਾ ਤੇ ਮੈਨੂੰ ਇੱਕ ਸਾਡਾ ਉਹ ਦਾਰੇ ਦਾ ਨੇ ਇੱਕ ਗਾਰਡ ਹੁੰਦਾ ਸਾਈਂ ਹਾਂ ਜੀ ਕੀ ਗੱਲ ਸਾਈਂ ਇਹ ਗੱਲ ਕਰੋ ਵੱਡੇ ਸਾਈਂ ਨਾਲ ਉਹ ਸਾਡੇ ਜਿਹੜੇ ਭਾਈ ਹਨ ਜਿਹੜੇ ਉੱਥੇ ਭਾਈ ਆਲਮ ਗੁਜਰ ਸਾਹਿਬ ਸਹੀ ਹੈ ਉਹਨਾਂ ਆਖਿਆ ਯਾਰ ਰਾਜ ਸਾਹਿਬ ਕਾਲ ਕਰੋ ਘਰ ਤੁਹਾਡੇ ਬਜ਼ੁਰਗ ਬੜੇ ਪਰੇਸ਼ਾਨ ਸਹੀ ਹੈ ਅੱਬੂ ਵਾਇਆ ਰਲਾ ਕੇ ਕਾਲ ਉਹਦੇ ਕੀਤੀ ਮੋੜ ਉਹਦੇ ਕਾਲ ਆਈ ਗਾਰਡ ਵਾਲ ਸਹੀ ਹੈ ਬਜ਼ੁਰਗਾਂ ਮੇਰੇ ਬਸ ਮੇਰੀ ਗੱਲ ਪੁੱਤਰਾ ਵਾਪਸ ਆ ਜਾ अच्छा वो बड़े मेरे वास्ते इमोशनल मोमेंट है कि सही है यार इतना मतलब एक बुजुर्ग करते हैं तो मतलब ਤੁਸੀਂ ਉਹ ਨੌਕਰੀ ਫਿਰ ਜਿਹੜੀ ਹੈ ਨਾ ਉਹ ਰਿਜ਼ਾਈਨ ਕਰਕੇ ਤੇ ਵਾਪਸ ਆ ਗਏ ਠੀਕ ਹੋ ਗਿਆ ਤੇ ਵਾਪਸ ਆ ਕੇ ਬਾਅਦ ਕੇ ਕਾਸ਼ਤਕਾਰੀ ਜਾਂ ਵਾਈ ਬੀਜੀ ਜਾਂ ਕੀ ਜ਼ਿਆਦਾਤਰ ਬਜ਼ੁਰਗਾਂ ਨਾਲ ਸਾਡਾ ਹਲਕਾ ਜਿਹਾ ਛੋਟਾ ਜਿਹਾ ਸਿਆਸੀ ਬੈਕਗ੍ਰਾਉਂਡ ਵੀ ਹੈ ਵਾਲਾ ਸਾਹਿਬ ਚੇਅਰਮੈਨ ਵੀ ਯੂਨੀਅਨ ਕੌਂਸਲ ਦੇ ਅਲਹਮਦੁਲਿਲਾ ਸਹੀ ਹੈ ਠੀਕ ਹੈ ਤੇ ਬਾਕੀ ਸਾਡੇ ਜ਼ਿਲ੍ਹਾ ਸਰਗੋਧ ਦਾ ਮੰਡੀ ਬਾਉਲਦੀਨ ਹੁਸ਼ਾਬ ਅੱਗੇ ਹਾਫਜ਼ਾਬਾਦ ਜੰਗ ਗੁਜਰਾਤ ਜ਼ਿਆਦਾਤਰ ਬਜ਼ੁਰਗਾਂ ਦੀਆਂ ਦੋਸਤੀਆਂ ਸਾਨੂੰ ਉਹੀ ਕੰਮ ਨਹੀਂ ਮੁੱਕਦੇ ਖੁਸ਼ੀਆਂ ਗਮੀਆਂ ਵਾਲੇ ਸਹੀ ਹੈ ਬਸ ਇਹ ਚੱਲ ਰਿਹਾ ਹੁੰਦਾ ਉਸ ਤੋਂ ਬਾਅਦ ਜਿਹੜਾ ਹੈ ਨਾ ਮਤਲਬ ਤੁਸੀਂ ਨੌਕਰੀ ਛੱਡ ਕੇ ਤੇ ਤੁਸੀਂ ਵਾਪਸ ਆ ਗਏ ਤੇ ਜ਼ਾਹਿਰ ਹੈ ਕਿ ਮਾਸ਼ਾਅੱਲਾ ਤੁਸੀਂ 6.5-7 ਫੁੱਟੇ ਤੇ ਅੱਬੇ ਹੋਰਾਂ ਦੇ ਨਾਲ ਤਾਂ ਨਹੀਂ ਤੇ ਤੁਸੀਂ ਜਿਹੜਾ ਹੋਣਾ ਕੋਈ ਮਤਲਬ ਕੰਮ ਧੰਦਾ ਜਿਵੇਂ ਆਦੇ ਨਾ ਕਿ ਬਿਲਕੁਲ ਕੋਈ ਕਾਰੋਬਾਰ ਜਾਂ ਕੀ ਉੱਥੇ ਸ਼ੁਰੂ ਕੀਤਾ ਕੋਈ ਨਹੀਂ ਸਾਡਾ ਅੱਛਾ ਨਹੀਂ ਉੱਥੇ ਜਦੋਂ ਤੁਸੀਂ ਵਾਪਸ ਮੈਂ ਅਸਲ ਪੁੱਛਣ ਇਹ ਚਾਹ ਰਿਹਾ ਕਿ ਜਦੋਂ ਤੁਸੀਂ ਨੌਕਰੀ ਛੱਡ ਕੇ ਸੋਲਵੇ ਸਕੇਲ ਦਾ ਅਫਸਰ ਲੱਗੇ ਤੁਸੀਂ ਵਾਪਸ ਆ ਗਏ ਤੇ ਬਜ਼ੁਰਗਾਂ ਦੀ ਮੁਹੱਬਤ ਜ਼ਾਹਿਰ ਹੈ ਕਿ ਉਹਦੇ ਤੇ ਅਸੀਂ ਡਿਸਕਸ ਕਰਾਂਗੇ ਜਿਹੜੀ ਤੁਹਾਡੀ ਵੀਡੀਓਜ਼ ਦੇ ਅੰਦਰ ਨਜ਼ਰ ਆ ਰਹੀਆਂ ਨੇ ਉਹ ਸਾਡੇ ਜਿੰਨੇ ਵੀ ਵੇਖਣ ਵਾਲੇ ਨੇ ਉਹਦੇ ਤੇ ਅਸੀਂ ਡਿਸਕਸ ਕਰਾਂਗੇ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਮੈਂ ਤਾਂ ਕਿ ਸਟੋਰੀ ਉਹ ਲੈ ਕੇ ਅੱਗੇ ਚੱਲ ਰਹੇ ਹਾਂ ਕਿ ਤੁਸੀਂ ਵਾਪਸ ਆ ਗਏ ਤੇ ਅਸੀਂ ਆਪਣਾ ਕਾਸ਼ਤਕਾਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਮਜ਼ੀਦ ਜਿਹੜਾ ਵੇ ਉਹ ਸੋਸ਼ਲ ਮੀਡੀਆ ਦੇ ਜਿਹੜਾ ਇਸਤੇਮਾਲ ਹੈ ਬਿਲਕੁਲ ਕਿਉਂਕਿ ਮੈਂ ਜੋ ਕਿ ਤੁਹਾਨੂੰ ਜਿਹੜੀ ਜ਼ਹਿਮਤ ਦਿੱਤੀ ਹੈ ਲੋਕ ਇੰਟਰਵਿਊ ਕਰਨ ਵਾਸਤੇ ਉਹਦਾ ਮਕਸਦ ਹੀ ਇਹ ਵੇ ਕਿ ਤੁਸੀਂ ਮਾਸ਼ਾਅੱਲਾ ਪੰਜਾਬ ਦੇ ਪਾਪੂਲਰ 1 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਨੇ ਤੁਹਾਡੇ ਠੀਕ ਹੈ ਨਾ ਮੂੰਹ ਆਖਣ ਸੌਖਾ 10 ਲੱਖ ਹੈ 10 ਲੱਖ ਬੰਦਾ ਜਿਹੜਾ ਜਿਹਨੂੰ ਫੇਸ ਸ਼ਨਾਸਾਈ ਹੈ ਅਸਦ ਅਬਾਸ ਤੋਂ ਅਸਦ ਰਾਂਝਾ ਤੋਂ ਤੇ ਉਹਦੀ ਰੀਜ਼ਨ ਕੀ ਹੈ ਕਿ ਕਿਵੇਂ ਮਤਲਬ ਪਿੰਡਾਂ ਦੇ ਬੰਦੇ ਤੇ ਝਟਕੇ ਹੁੰਦੇ ਨੇ ਉਹ ਜ਼ਿਆਦਾ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦੇ ਤੁਸੀਂ ਮਤਲਬ ਇਹ ਤੁਹਾਨੂੰ ਆਦਤ ਕਿਵੇਂ ਪਈ ਮੈਂ ਤੁਹਾਨੂੰ ਦੱਸਦਾ ਮੈਂ ਨਾ ਸ਼ੁਰੂ ਤੋਂ ਹੀ ਬੜਾ ਸੋਸ਼ਲ ਆਸੂ ਅੱਛਾ ਯੂਨੀਵਰਸਿਟੀ ਬਣਾ ਆਪਣੇ ਫੋਟੋ ਡੇਲੀ ਅਸੀਂ ਨਾ ਫੋਟੋ ਬਣਾਉਣੇ ਅੱਛਾ ਵੀਡੀਓਜ਼ ਬਣਾਉਣੀਆਂ ਟਿਕਟੌਕ ਉਸ ਲਈ ਕੋਈ ਨਹੀਂ ਸਾਡੇ ਦੌਰ ਵਿੱਚ ਠੀਕ ਹੈ ਅਸੀਂ ਫੇਸਬੁੱਕ ਤੇ ਲੈਂਦੇ ਆਸੇ ਫੇਸਬੁੱਕ ਹੀ ਹੁੰਦੀ ਹੈ ਤੇ ਇੱਕ ਦਿਨ ਮੈਂ ਇੱਕ ਦੋਸਤ ਦਾ ਪੇਜ ਵੇਖਿਆ ਤੇ ਉਹਦੇ ਨਾਲ 5000 ਉਹਦੇ ਫਰੈਂਡਸ ਮੇਰੇ ਥੋੜੇ ਜਿਹੇ ਹੁੰਦੇ ਮੈਂ ਕਿਹਾ ਯਾਰ ਵੇਖ ਕਿਤੇ 5000 ਕਦੀ ਸਾਡੇ ਵੀ ਅੱਛਾ ਫੇਸਬੁੱਕ ਦੇ ਫਰੈਂਡ 5000 ਦੇ ਤੁਸੀਂ ਆਕੇ ਯਾਰ ਕਾਸ਼ ਕਦੀ ਸਾਡੇ ਵੀ 5000 ਫਰੈਂਡ ਹੁੰਦੇ ਕਦੀ ਸਾਡੇ ਵੀ ਹੁੰਦੇ ਅੱਛਾ ਆਹਿਸਤਾ ਮੁੜ ਅਸੀਂ ਵੀ ਨਵੇਂ ਯੂਨੀਵਰਸਿਟੀ ਆਸੇ ਉਸ ਲਈ ਕਹੇ ਸੋਸ਼ਲ ਹੋ ਗਏ ਉਸੇ 5000 ਹੋ ਗਿਆ ਮੁੜ ਜਨਾਬ ਮੇਰਾ ਫੇਸਬੁੱਕ ਤੇ ਹੁਣ ਅਲਹਮਦੁਲਿਲਾ 2 ਲੱਖ ਕੋਈ 70-80 ਫਾਲੋਅਰਸ ਹੈ ਫੇਸਬੁੱਕ ਤੇ ਫੈਨ ਫਾਲੋਇੰਗ ਜਿਹੜੀ ਤੁਹਾਡੀ ਪੇਜ ਦੀ ਮੇਰੀ ਥੋੜੀ ਅਰਨਿੰਗ ਵੀ ਆਉਂਦੀ ਚਲੋ ਮਾਸ਼ਾਅੱਲਾ ਜ਼ਿਆਦਾ ਨਹੀਂ ਥੋੜੀ ਚਲੋ ਗੁਜ਼ਾਰਾ ਹੋ ਰਿਹਾ ਤੇ ਉਹ ਨਾ ਕੋਈ ਨਹੀਂ ਐਡੀਆਂ ਵੀਡੀਓਜ਼ ਵਗੈਰਾ ਵਾਇਰਲ ਹੋਣੀ ਸਹੀ ਹੈ ਮੈਂ ਇੱਕ ਦਿਨ ਨਾ ਅੰਕਲ ਸ਼ੁਐਬੁੱਲਾ ਤਰੜ ਸਾਹਿਬ ਹਨ ਉਹਨਾਂ ਦੇ ਘਰ ਵੈਂਦੇ ਪੈਸੇ ਮਿਲਣ ਅੱਬੂ ਮੈਂ ਨਾ ਪਿੱਛੇ ਇੰਜ ਬੈਠੋ ਗੱਡੀ ਵਿੱਚ ਸਹੀ ਤੇ ਮੈਂ ਬਜ਼ੁਰਗ ਅੱਗੇ ਮੈਂ ਇੰਜ ਸਨੈਪ ਚੈਟ ਜਿਵੇਂ ਬੰਦੇ ਇਸਤੇਮਾਲ ਕਰਦੇ ਨੇ ਛੋਰ ਛਾਰ ਜੀ ਉਹ ਮੈਂ ਇਸਤੇਮਾਲ ਕੀਤੀ ਮੈਂ ਅੱਬੂ ਨੇ ਆਖਿਆ ਵੀਡੀਓ ਪਿੱਛੋਂ ਵੇਖਿਆ ਅੱਬੂ ਕਾ ਪੀਂਦੇ ਪਏ ਉਹ ਨਾ ਮੈਂ ਵੀਡੀਓ ਲਾਈ ਨਾਲ ਗਾਣਾ ਕੋਈ ਲਾ ਕੇ ਸਹੀ ਹੈ ਹਲਾ ਰਾਤੀ ਸੈਂਗੇ ਸੁਬਹ ਮੈਨੂੰ ਕਾਲਸ ਆ ਰਹੀਆਂ ਅੱਛਾ ਸੈਦ ਅਲੀ ਇਮਾਮ ਸ਼ਾਹ ਦੀ ਕਾਲ ਆਈ ਸਹੀ ਹੈ ਅਸਦ ਯਾਰ ਚਾਚਾ ਦੀ ਵੀਡੀਓ ਬੜੀ ਵਾਇਰਲ ਹੋ ਗਈ ਮੈਂ ਕਿਹਾ ਕਿਵੇਂ ਜੀ ਮੈਂ ਚੈੱਕ ਕੀਤਾ ਨੈਟ ਵੀ ਉੱਤੇ ਕੋਈ ਨਾ ਮੈਂ ਵੇਖਿਆ ਤੇ ਉਹ ਨਾ ਕੋਈ 17000 ਵਿਊਜ਼ ਮੇਰੇ ਵਾਸਤੇ ਜਾਂ ਟਿਕਟੌਕ ਤੇ ਮੇਰੇ ਵਾਸਤੇ ਬੜੀ ਵੱਡੀ ਗੱਲ ਆਈ ਅੱਛਾ 17000 ਵਿਊ ਬੜੀ ਵੱਡੀ ਗੱਲ ਹੈ ਮੇਰੇ ਮੈਂ ਬੜਾ ਖੁਸ਼ ਹਾਂ ਸਹੀ ਹੈ ਮੈਂ ਉਦੋਂ ਹੀ ਉੱਥੇ ਹੀ ਹੋਰ ਵੀਡੀਓ ਛੜੀਆਂ ਬਜ਼ੁਰਗਾਂ ਦੀਆਂ ਬਣਾਈਆਂ ਤੁਹਾਨੂੰ ਸਾਈਕੀ ਸਮਝ ਆ ਗਈ ਕਿ ਜਿਹੜੀ ਮੇਰੇ 17000 ਵੇਖਣ ਵਾਲੇ ਨੇ ਬੇਸਿਕਲੀ ਉਹ ਝਟਕਾ ਮਾਹੌਲ ਵੇਖਣਾ ਚਾਹ ਰਹੇ ਨੇ ਬਿਲਕੁਲ ਤੇ ਮੈਂ ਸਟਾਰਟ ਤੋਂ ਹੀ ਨਾ ਬਜ਼ੁਰਗਾਂ ਦੀ ਕਾਪੀ ਵੀ ਬੜੇ ਦਿਲ ਕਰਦਾ ਕਿ ਮੈਂ ਇਹਨਾਂ ਨੂੰ ਕਾਪੀ ਕਰਨਾ ਮੈਂ ਨਿੱਕਿਆ ਹੋਣੇ ਤੋਂ ਹੀ ਮਤਲਬ ਕਿ ਮਹਿਲੀ ਬੰਨ ਲੈਣੀ ਗਰਮੀਆਂ ਵਿੱਚ ਨਾ ਅੱਬੂ ਦੀ ਮਹਿਲੀ ਬੰਨ ਲੈਣੀ ਹੈ ਜਨਾਬ ਤੇ ਜੱਗਾ ਪਾ ਲੈਣਾ ਜਨਾਬ
ਤੇ ਫਿਰ ਨਹੀਂ ਹੁਣ ਤੁਹਾਡੀ ਤੁਹਾਡਾ ਸਾਹਿਬਜ਼ਾਦਾ ਵੀ ਇਹ ਨਹੀਂ ਕਿ ਮੈਂ ਤਹਿਮਤ ਹੋਣ ਬੰਨਾ ਸਟਾਰਟ ਕੀਤਾ, ਮੈਂ ਸਟਾਰਟ ਤੋਂ ਹੀ ਨਹੀਂ ਮੈਂ ਪੁੱਛਣਾ ਚਾਹ ਰਿਹਾ ਕਿ ਮੈਂ ਤੁਹਾਡੀ ਵੀਡੀਓ ਵੇਖੀ, ਉਹਦੇ ਚ ਤੁਹਾਡਾ ਸਾਹਿਬਜ਼ਾਦਾ ਹੈ ਉਹ? ਜੀ ਉਹ ਮੇਰਾ ਭਤੀਜਾ ਹੈ। ਅੱਛਾ ਭਤੀਜਾ ਹੈ, ਠੀਕ ਹੈ, ਵੱਡੇ ਭਰਾ ਦਾ। ਜੀ ਬਿਲਕੁਲ। ਅੱਛਾ ਮਾਸ਼ਾਅੱਲਾ। ਮੈਂ ਕਿਉਂਕਿ ਤੁਹਾਡੀ ਉਹ ਵੀਡੀਓ ਵੇਖ ਰਿਹਾ, ਮੈਂ ਕਿ ਅਸਦ ਭਾਈ ਨੂੰ ਵੀ ਜਿਹੜਾ ਨਾ ਜਵਾਨ ਨਿੱਕਾ ਕਾਪੀ ਕਰਦਾ ਪਿਆ। ਉਹ ਜਨਾਬ ਸਾਡੀਆਂ ਵੀਡੀਓ ਸਟਾਰਟ ਹੋ ਗਈਆਂ ਮੁੜ ਜਨਾਬ, ਆਹਿਸਤਾ ਆਹਿਸਤਾ ਫਾਲੋਅਰਸ ਵੱਧਦੇ ਗਏ, ਲੋਕ ਹੁਣ ਬੜਾ ਪਿਆਰ ਕਰਦੇ ਨੇ, ਬੜਾ ਮਤਲਬ ਕਿ ਹੁਣ ਮੇਰਾ ਇਹਦੇ ਵਿੱਚ ਕੰਟੈਂਟ ਇਹ ਹੈ ਕਿ ਮੈਂ ਆਪਣੇ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਦਾ। ਸਹੀ ਹੈ। ਆਪਣਾ ਸੋਹਣਾ ਮੇਲੀ ਜੱਗਾ ਤਹਿਮਤ ਨਹੀਂ। ਅੱਛਾ ਮੈਂ ਇੱਕ ਹੋਰ ਚੀਜ਼ ਵੇਖੀ, ਤੁਸੀਂ ਇਹ ਤਾਂ ਮੈਨੂੰ ਸਮਝ ਆ ਗਈ ਤੁਹਾਡੀ ਗੱਲ ਦੀ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਕਿ ਤੁਸੀਂ ਪਗੜੀ ਵੀ ਬੰਨੀ ਹੋਈ ਹੈ, ਤੁਸੀਂ ਤਹਿਮਤ ਵੀ ਬੰਨਿਆ, ਤੁਸੀਂ ਪੰਜਾਬ ਦੇ ਕਲਚਰ ਨੂੰ ਜਿਹੜਾ ਹੈ ਉਹ ਪ੍ਰਮੋਟ ਵੀ ਕਰ ਰਹੇ ਹੋ, ਇੱਕ ਅੱਛਾ ਜਿਹੜਾ ਹੈ ਉਹ ਇਮੇਜ ਤੁਸੀਂ ਪੋਰਟਰੇਟ ਕਰ ਰਹੇ ਹੋ। ਜੀ ਬਿਲਕੁਲ। ਬਹੁਤ ਸਾਰੀ ਮੈਂ ਤੁਹਾਡਾ ਚੈੱਕ ਕੀਤਾ ਕਿ ਪਾਕਿਸਤਾਨ ਦੇ ਪੰਜਾਬ ਤੋਂ ਇਲਾਵਾ ਇੰਡੀਆ ਦਾ ਪੰਜਾਬ ਜਿਹੜਾ ਹੈ ਜੀ ਬਿਲਕੁਲ ਉਹ ਤੁਹਾਨੂੰ ਬਹੁਤ ਜ਼ਿਆਦਾ ਲਾਈਕ ਕਰ ਰਿਹਾ ਹੈ। ਮੈਂ ਆਪਣਾ ਜਿਸਲੇ ਵੇਖਦਾ ਨਾ ਮੇਰੀ ਵੀਡੀਓ ਜਿਸਲੇ ਮੈਂ ਵੈਂਦੀ ਹੈ ਨਾ ਤੇ ਫਾਰ ਯੂ ਤੇ ਮੋੜ ਮੈਂ ਚੈੱਕ ਕਰਦਾ ਪ੍ਰੋਪਰ ਕਿਹੜੇ ਕਿਹੜੇ ਕੰਟਰੀਜ਼ ਵਿੱਚ ਚੱਲੀ। ਜੀ ਬਿਲਕੁਲ। ਅੱਜ ਕੱਲ ਵੀਡੀਓਜ਼ ਜਿਹੜੀਆਂ ਮੇਰੀ ਤਕਰੀਬਨ 40% ਪਾਕਿਸਤਾਨ ਵਿੱਚ ਚੱਲ ਰਹੀ, 30% ਦੁਬਈ ਵਿੱਚ ਚੱਲ ਰਹੀ ਹੈ, ਕੁਝ ਇੰਡੀਆ ਵਿੱਚ ਚੱਲ ਰਹੀ ਹੈ, ਸਾਊਦੀ ਅਰਬ ਵਿੱਚ ਚੱਲ ਰਹੀ, ਇਟਲੀ ਵਗੈਰਾ। ਉਹ ਤੇ ਬਿਲਕੁਲ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਇਸ ਨੂੰ ਕਲਚਰ ਨੂੰ ਸਮਝਣ ਵਾਲੇ ਹਨ ਉਹ ਵਧੇ ਹੋਏ ਨੇ। ਤੇ ਬਜ਼ੁਰਗਾਂ ਦੀ ਤੁਸੀਂ ਐਂਟਰੀ ਕਿਵੇਂ ਪਵਾ ਲਈ? ਪਿਛੋਰ ਸ਼ਾਰ ਤੁਸੀਂ ਆਓ, ਚਲੋ ਤੁਹਾਡਾ ਗੱਲ ਤਾਂ ਸਮਝ ਆਉਂਦੀ ਹੈ। ਤੁਹਾਨੂੰ ਦੱਸਿਆ ਨਾ ਬਜ਼ੁਰਗਾਂ ਦੀ ਵੀਡੀਓ ਵਿੱਚ ਵਾਇਰਲ ਹੋਈ। ਨਹੀਂ ਅੱਛਾ ਤੁਸੀਂ ਉਹ ਬਜ਼ੁਰਗਾਂ ਨੂੰ ਇਸਤੇਮਾਲ ਕੀਤਾ ਬੇਸਿਕਲੀ। ਨਹੀਂ ਅੱਲਾਹ ਤਾਲਾ ਦੀ ਜ਼ਾਤ ਨੇ ਮਤਲਬ ਨਾ ਸਿਰਫ ਤੁਹਾਡੀ ਪਹਿਚਾਨ ਬਣਾਈ ਹੈ ਬਲਕਿ ਤੁਹਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਦੀ ਵੀ ਬੜੀ ਪਹਿਚਾਨ ਬਣਾਈ ਇਸ ਦੀ ਵਜ੍ਹਾ ਤੋਂ। ਤੇ ਇਹ ਦੱਸੋ ਵੀ ਉਹਨਾਂ ਦਾ ਕੀ ਤਜਰਬਾ ਹੁੰਦਾ? ਦੇਖੋ ਤੁਹਾਡੇ ਨਾਲ ਤਾਂ ਲੋਕ ਫੋਟੋ ਛਕਵਾਉਂਦੇ ਨੇ ਤੇ ਤੁਸੀਂ ਚੂੰਕਿ ਜਵਾਨ ਹੋ ਤੁਸੀਂ ਵੀ ਆਦੇ ਹੋ ਕਿ ਯਾਰ ਚਲੋ ਠੀਕ ਹੈ ਅੱਲਾ ਇੱਜ਼ਤ ਦਿੱਤੀ ਹੈ ਤੇ ਯਾਰ ਇਹਨਾਂ ਨੂੰ। ਤੇ ਬਜ਼ੁਰਗ ਜਿਹੜੇ ਨੇ ਉਹ ਉਹਨਾਂ ਦਾ ਕੀ ਤਜਰਬਾ ਹੈ ਕਿ ਅੱਗੇ ਦੇ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਫੋਟੋ ਬੜੇ ਪੋਲਾਈਟ ਨੂੰ, ਅੱਛਾ ਬੜੇ ਹੰਬਲ ਨੂੰ। ਠੀਕ ਹੈ। ਬਾਜ਼ ਦਫਾ ਇੰਜ ਹੁੰਦਾ ਕਿ ਸ਼ਾਦੀਆਂ ਤੇ ਜਾ ਵੀ ਲੋਕ ਆਵੇ ਨੇ ਵੀਡੀਓ ਮੈਂ ਤੰਗ ਹੋਵੇ ਨਾ, ਲੇਕਿਨ ਨਹੀਂ ਮੈਨੂੰ ਵੀ ਡਾਂਟਦੇ ਆਹ ਬੱਚੇ ਬਣਾ ਲਿਓ, ਆਹ ਕੋਈ ਮਸਲਾ ਨਹੀਂ, ਵੀਡੀਓਜ਼ ਬਣਾ ਰਹੇ ਹੁੰਦੇ ਨੇ, ਬਿਲਕੁਲ ਬੜੇ ਪੋਲਾਈਟ ਹਨ ਅਲਹਮਦੁਲਿਲਾ। ਅੱਛਾ ਗੁੱਡ ਮਾਸ਼ਾਅੱਲਾ। ਤੇ ਇਹਦਾ ਮਤਲਬ ਤੁਹਾਨੂੰ ਵੀ ਹੋਣਾ ਚਾਹੀਦਾ ਬਾਕੀ ਮੈਂ ਤੁਹਾਨੂੰ ਦੱਸਣਾ ਕਿ ਮੈਂ ਇੱਕ ਤਾਂ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰ ਰਿਹਾ, ਠੀਕ ਹੈ। ਬਾਕੀ ਦੂਜੀ ਸੈਕੰਡ ਥਿੰਗ ਜਿਹੜੀ ਸਭ ਤੋਂ ਵੱਡੀ ਹੈ, ਸਭ ਤੋਂ ਮੈਨੂੰ ਅੱਛੀ ਵੀ ਲੱਗਦੀ ਹੈ ਕਿ ਮੈਂ ਕੰਟੈਂਟ ਦੇ ਰਿਹਾ ਕਿ ਹਾਊ ਟੂ ਰਿਸਪੈਕਟ ਯੂਅਰ ਪੇਰੈਂਟਸ, ਆਪਣੇ ਵਾਲਿदैन ਨੂੰ ਕਿਵੇਂ ਇੱਜ਼ਤ ਦੇਣੀ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਠੀਕ ਹੋ ਗਿਆ। ਮੈਂ ਉਸ ਸਵਾਲ ਦੀ ਤਰਫ ਆ ਰਿਹਾ ਸੀ ਕਿ ਬਈ ਇਹ ਖਿਆਲ ਜਿਹੜਾ ਮੈਂ ਤੁਹਾਨੂੰ ਵੇਖਿਆ ਕਿ ਮਾਸ਼ਾਅੱਲਾ ਤੁਸੀਂ ਆਪਣੇ ਬਜ਼ੁਰਗਾਂ ਦੀ ਜੁੱਤੀ ਸ਼ੁੱਤੀ ਵੀ ਸਾਫ਼ ਕਰਦੇ ਪਏ ਜੇ, ਉਹਨਾਂ ਨੂੰ ਬੜਾ ਪਿਆਰ ਵੀ ਕਰਦੇ ਜੇ, ਉਹਨਾਂ ਦੀ ਖਿਦਮਤ ਵੀ ਕਰਦੇ ਜੇ। ਇਹ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਹੁੰਦਾ ਕਿ ਆਪਣੇ ਨਾਨੇ ਦਾ, ਦਾਦੇ ਦਾ, ਚਾਚਾ, ਪਿਓ, ਉਹਨਾਂ ਨੂੰ ਤੁਸੀਂ ਉਹਨਾਂ ਦੀ ਜਿਹੜੀਆਂ ਨਾ ਪਿਲੀਆਂ ਛਿਲੀਆਂ ਦਬਾਉਂਦੇ ਆਓ। ਜੀ ਬਿਲਕੁਲ ਠੀਕ ਹੈ ਨਾ। ਤੇ ਹੁਣ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ। ਉਸ ਦੀ ਜਿਹੜੀ ਬੁਨਿਆਦੀ ਵਜ੍ਹਾ ਆਈ ਉਹ ਸੋਸ਼ਲ ਮੀਡੀਆ ਜਾਂ ਸਾਡੀ ਟੈਕਨੋਲੋਜੀ ਆਈ, ਲੇਕਿਨ ਤੁਸੀਂ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋ ਉਹ ਦੁਬਾਰਾ ਚੀਜ਼ਾਂ ਰਿਵਾਈਵ ਕਰ ਰਹੇ ਹੋ। ਇਹ ਖਿਆਲ ਤੁਹਾਡੇ ਕਿਵੇਂ ਜ਼ਿਹਨ 'ਚ ਹੈ? ਇਹ ਸਵਾਲ ਹੈ। ਇਹ ਇੰਜ ਹੈ ਕਿ ਗੇਮਸ, ਟਿਕਟੋਕਸ, ਸਾਰਾ ਸੋਸ਼ਲ ਮੀਡੀਆ। ਮੈਨੂੰ ਜ਼ਿਆਦਾਤਰ ਫੈਮਿਲੀ ਜਿਹੜੀ ਬਾਹਰ ਯੂਰਪ ਤੋਂ ਹੁੰਦੇ ਨੇ ਸਪੈਸ਼ਲ ਆ ਕੇ ਮਿਲਦੇ ਨੇ ਸਾਨੂੰ ਆ ਕੇ ਡੇਰੇ ਤੇ, ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ, ਸਾਡੇ ਤੇ ਔਲਾਦ ਸਾਡੇ ਨੇੜੇ ਵੀ ਨਹੀਂ ਲੱਗਦੀ, ਉਹਨਾਂ ਜਾਂ ਪੜ੍ਹਨ ਵੇਣਾ ਕੰਮ ਤੇ ਵੇਣਾ ਆਉਂਦੇ ਉਹਨਾਂ ਦਾ ਖਾਣਾ ਵੀ ਜੇ ਸਮਝੋ ਫੋਨ ਵਿੱਚ ਹੀ ਹੈ। ਬਿਲਕੁਲ ਉਹਨਾਂ ਫੋਨ ਨੂੰ ਨਹੀਂ ਛੱਡਣਾ। ਜਿਸ ਦਿਨ ਤੋਂ ਤੁਹਾਡੀਆਂ ਵੀਡੀਓਜ਼ ਵੇਖ ਰਹੇ ਨੇ ਹੁਣ ਸਾਡੇ ਕੋਲ ਉਸ ਟੋਟਲ ਸਾਨੂੰ ਕਾਪੀ ਕਰਦੇ ਨੇ, ਸਾਨੂੰ ਮੁੱਠੀ ਵੀ ਭਰ ਕੇ ਸੁਣਦੇ ਨੇ, ਸਾਡੇ ਨਾਲ ਵੀਡੀਓ ਵੀ ਬਣਾਉਂਦੇ ਨੇ, ਸਾਨੂੰ ਪਿਆਰ ਵੀ ਕਰਦੇ ਨੇ। ਇੱਕ ਇਹ ਜਿਹੜਾ ਰਿਸਪੈਕਟ ਵਾਲਾ ਸਿਸਟਮ ਆ ਉਹ ਬੜਾ ਪਿੱਛੇ ਜਾ ਰਿਹਾ। ਬਿਲਕੁਲ ਇੰਝ ਗੱਲ ਹੈ। ਠੀਕ ਹੋ ਗਿਆ। ਇਹ ਬੜਾ ਅੱਛਾ ਮੈਂ ਕੰਟੈਂਟ ਦੇ ਰਿਹਾ ਕਿ ਲੋਕ ਕਾਫੀ ਸਾਡੀ ਵੀਡੀਓ ਤੋਂ ਮੁਤਾਸਰ ਹੋ ਕੇ ਆਪਣੇ ਵਾਲਿदैन ਨਾਲ ਅੱਗੇ ਆ ਰਹੀ ਅਟੈਚ ਹੋ ਗਏ। ਇਹ ਇੱਕ ਪੋਜ਼ਿਟਿਵ ਵੇ ਹੈ ਸਾਡਾ। ਸਹੀ ਲੋਕ ਇਸਤੇਮਾਲ ਕਰਦੇ ਨੇ ਫੋਨ, ਲੇਕਿਨ ਉਹ ਸਾਡੀਆਂ ਵੀਡੀਓਜ਼ ਵਗੈਰਾ ਵੇਖਦੇ ਨੇ। ਠੀਕ ਹੋ ਗਿਆ। ਤੇ ਉਹ ਆਪਣੇ ਵਾਲਿदैन ਨਾਲ ਜ਼ਿਆਦਾ ਅਟੈਚ ਹੋ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਇਹ ਆਖ ਸਕਦੇ ਹਾਂ ਨਾ ਕਿ ਬਈ ਕੋਈ ਵੀ ਚੀਜ਼ ਜਿਹੜੀ ਹੈ ਨਾ ਨਈ ਜਦੀਦ ਜਿਹੜੀ ਟੈਕਨੋਲੋਜੀ ਹੈ ਉਹਦਾ ਇਸਤੇਮਾਲ ਜਿਹੜਾ ਨਾ ਉਹ ਪੋਜ਼ਿਟਿਵ ਔਰ ਨੈਗੇਟਿਵ ਹੋ ਸਕਦਾ। ਬਜ਼ਾਦੇ ਖੁਦ ਜਿਹੜਾ ਮੋਬਾਈਲ ਹੈ ਉਹ ਬੁਰਾ ਨਹੀਂ ਹੈ, ਟਿਕਟੌਕ ਬੁਰੀ ਚੀਜ਼ ਨਹੀਂ ਹੈ। ਇਹਨੂੰ ਇਹਦੇ ਪੋਜ਼ਿਟਿਵ ਜਿਹੜੀ ਤੁਸੀਂ ਅਗਰ ਇਹਨੂੰ ਇਸਲਾਹ ਵਾਸਤੇ ਅਗਰ ਇਸਤੇਮਾਲ ਕਰੋਗੇ ਤੇ ਇਹਦੇ ਤੁਹਾਨੂੰ ਫਵਾਇਦ ਨੇ, ਕਿਉਂਕਿ ਇਹ ਤੇ ਹੁਣ ਹਰ ਘਰ ਦੇ ਵਿੱਚ ਪਹੁੰਚੇ ਹੋਇਆ ਨਾ। ਹੁਣ ਪਹਿਲੇ ਹੁੰਦਾ ਨਾ ਕਿ ਤੁਸੀਂ ਕੋਈ ਚੰਗੇ ਕੰਮ ਕਰਨ ਵਾਸਤੇ ਜਾਂ ਗੈਦਰਿੰਗ ਕਰਨ ਵਾਸਤੇ ਤੁਸੀਂ ਮਸਜਿਦ 'ਚ ਐਲਾਨ ਕਰਾਉਣਾ ਜਾਂ ਬੰਦੇ ਇਕੱਠੇ ਕਰਨੇ ਨਾ ਆਪਣਾ ਪੈਗਾਮ ਪਹੁੰਚਾਉਣ ਵਾਸਤੇ। ਹੁਣ ਤੇ ਇਹ ਵੇ ਕਿ ਅਗਰ ਤੁਸੀਂ ਕੋਈ ਅੱਛਾ ਕੰਮ ਕਰਦੇ ਹੋ, ਅਗਰ ਤੁਸੀਂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਜੀ ਤੇ ਉਹਦੇ ਅਸਰਾਤ ਬਹੁਤ ਜ਼ਿਆਦਾ ਨੇ। ਇਹਦੇ 'ਚ ਕੌਮ ਤਬਾਹ ਵੀ ਹੋ ਸਕਦੀ ਹੈ ਤੇ ਕੌਮ ਅੱਛੀ ਵੀ ਹੋ ਸਕਦੀ। ਜਿਸ ਤਰ੍ਹਾਂ ਤੁਸੀਂ ਕੰਟੈਂਟ ਬਣਾ ਰਹੇ ਜੇ ਬਹੁਤ ਅੱਛਾ ਬਣਾ ਰਹੇ ਹੋ, ਜਿਹਦੀ ਵਜ੍ਹਾ ਤੋਂ ਲੋਕ ਜਿਹੜੇ ਨੇ ਤੁਸੀਂ ਖੁਦ ਵੀ ਦੱਸਿਆ ਔਰ ਬਿਲਖਸੂਸ ਉਹ ਬੰਦੇ ਜਿਹੜੇ ਤੁਸੀਂ ਦੱਸਣੇ ਕਿ ਮੰਡੀ ਵਾਲੇ ਜਿਹੜੇ ਬਾਹਰ ਰਹਿੰਦੇ ਨੇ ਤੇ ਜਦੋਂ ਬੰਦੇ ਕੋਲ ਪੈਸਾ ਆਉਣਾ ਸ਼ੁਰੂ ਹੋ ਜਾਏ ਤੇ ਆਹਿਸਤਾ ਆਹਿਸਤਾ ਔਲਾਦ ਤੋਂ ਵੀ ਬੰਦਾ ਦੂਰ ਹੋਣਾ ਸ਼ੁਰੂ ਹੋ ਜਾਂਦਾ ਵੇ। ਬਾਕੀ ਪਿੰਡ ਦੇ ਬਾਰੇ ਮੈਨੂੰ ਇਹ ਦੱਸੋ ਕਿ ਕੀ ਮਤਲਬ ਤੁਹਾਡਾ ਜਿਹੜਾ ਪਿੰਡ ਦਾ ਕਲਚਰ
ਜੀ ਬਿਲਕੁਲ। ਤੁਸੀਂ ਅਕਸਰ ਆਪਣੀ ਵੀਡੀਓ ਦੇ ਵਿੱਚ ਵਿਖਾਉਂਦੇ ਜੇ, ਤੇ ਥੋੜੇ ਆਪਣੇ ਪਿੰਡ ਦੇ ਹਵਾਲੇ ਨਾਲ ਦੱਸੋ ਕੀ ਮਤਲਬ ਜਿਹੜਾ ਸੂਰਤ ਹਾਲ ਹੈ ਉੱਥੋਂ ਦੀ ਕਾਸ਼ਤਕਾਰੀ ਦਾ, ਗੈਰ ਕਾਸ਼ਤਕਾਰੀ ਦਾ, ਔਰ ਤੁਹਾਡੇ ਜਿਹੜੇ ਸੱਥਾਂ ਮੁਕਾਉਣ ਵਾਲਾ ਜਿਹੜਾ ਪਰੇ ਪੰਚਾਇਤ ਵਾਲਾ ਨਿਜ਼ਾਮ ਜਿਹੜਾ ਉਹ ਵੀ ਤੁਸੀਂ ਹਲੇ ਤੱਕ ਲੈ ਕੇ ਚੱਲ ਰਹੇ ਹੋ, ਖਤਮ ਹੁੰਦਾ ਜਾ ਰਿਹਾ, ਇਹਦਾ ਥੋੜਾ ਜਿਹਾ ਦੱਸੋ। ਪਿੰਡ ਦੀ ਮੈਂ ਤੁਹਾਨੂੰ ਆਪਣੇ ਦੀ ਬੈਕਗਰਾਉਂਡ ਦੱਸ ਦਿੰਦਾ। ਸਾਡਾ ਪਿੰਡ ਦਾ ਨਾਮ ਹੈ ਰਾਜਾ ਡਾਰ, ਦਰਿਆ ਦੀ ਕੱਦੀ ਤੇ ਆ। ਠੀਕ ਹੈ। ਮੇਰੀ ਬਰਥ ਤੋਂ ਪਹਿਲੇ ਸਾਡਾ ਪੂਰਾ ਪਿੰਡ ਦਰਿਆ ਬੁਰਦ ਹੋ ਗਿਆ। ਸਹੀ ਹੈ। ਠੀਕ ਹੋ ਗਿਆ। ਸਾਡੇ ਇਹਦੇ ਜਿਸਲੇ ਦਰਿਆ ਬੁਰਦ ਹੋਇਆ ਸਾਡਾ ਪਿੰਡ, ਉਸ ਤੋਂ ਤਕਰੀਬਨ ਕੁਝ ਸਾਲ ਪਹਿਲੇ ਸਾਡੇ ਦਾਦਾ ਅਬੂ ਬੁਰਹਾਨ ਰਾਂਝਾ ਸਾਹਿਬ, ਅੱਲਾ ਉਹਨਾਂ ਨੂੰ ਜਨਤ ਫਿਰਦੌਸ ਜਗ੍ਹਾ ਦੇਵੇ, ਉਹਨਾਂ ਸਿਆਲ ਮੋੜ ਦੇ ਨਜ਼ਦੀਕ ਨਾ ਚੱਕ ਖਾਨਾ ਦਾ ਰਕਬਾ, ਉੱਥੋਂ ਅਸੀਂ ਰਕਬਾ ਮੁੱਲ ਖਰੀਦ ਕਰਕੇ ਰੱਖਿਆ ਹੋਇਆ। ਸਹੀ ਹੈ। ਜਿਸ ਲਈ ਦਰਿਆ ਬੁਰਦ ਹੋਇਆ ਸਾਡਾ ਪਿੰਡ, ਸਾਡੇ ਗੈਰ ਕਾਸ਼ਤਕਾਰ ਭਾਈ ਜਿਤਨੇ ਵੀ ਉਹ ਖਿੰਡਣ ਪੁੱਟਣ ਲੱਗ ਪਏ, ਹੁਣ ਸਾਡਾ ਕੀ ਬਣਸੀ ਜਿਵੇਂ ਹੁੰਦਾ ਹੈ ਅਜੇ ਨਸਲ ਦਰ ਨਸਲ ਪਹਿਲੇ ਕੰਮ ਚੱਲਦਾ ਪਿਆ, ਤੇ ਜਿਸ ਟਾਈਮ ਉਹ ਜਿਹੜਾ ਬਿਲਕੁਲ ਇੰਨੀ ਗੱਲ ਆ ਪਰੇਸ਼ਾਨੀ ਉਹਨਾਂ ਨਾਲ ਆਈ। ਸਾਡੇ ਦਾਦਾ ਅਬੂ ਆਖਿਆ ਇੱਥੇ ਤੁਸੀਂ ਆ ਜਾਓ ਜ਼ਮੀਨਾਂ, ਠੀਕ ਹੈ, ਫੀ ਸਬੀਲਿਲ੍ਲਾਹ। ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸਹੀ ਹੈ। ਕਈ ਹੁੰਦੇ ਨੇ ਸੋਸ਼ਲ ਮੀਡੀਆ ਤੇ ਜੇ ਕੂੜ ਠੋਕ ਰਹੇ ਹੁੰਦੇ ਨੇ, ਉਹ ਕਰ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਡੇਰਾ ਬੁਰਹਾਨ ਰਾਂਝਾ ਦੀ ਲੋਕੇਸ਼ਨ ਲਾ ਕੇ ਤੁਸੀਂ ਚੈੱਕ ਕਰ ਸਕਦੇ ਹੋ। 5 ਤੋਂ 6 ਏਕੜ ਜ਼ਮੀਨ ਅਸੀਂ ਆਪਣੇ ਗੈਰ ਕਾਸ਼ਤਕਾਰ ਬਿਰਾਵਨ ਆਪਣੇ ਪਿੰਡ ਵਾਲਿਆਂ ਨੂੰ ਫ੍ਰੀ ਆਫ ਕਾਸਟ ਦਿੱਤੀ ਹੋਈ। ਸਹੀ ਹੈ। ਵਿੱਚੋਂ ਇਹ ਹੋਇਆ ਕਿ ਜਿਹੜੇ ਇੰਟਰਚੇਂਜ ਬਣਿਆ, ਮੋਟਰਵੇ ਲੱਗੀ, ਸਾਰਾ ਸਿਸਟਮ, ਤੇ ਸਾਡੇ ਜਿਹੜੇ ਵੀ ਉਹ ਗੈਰ ਕਾਸ਼ਤਕਾਰ ਬਿਰਾ ਹੈ, ਸਾਡੀ ਫੈਮਿਲੀ ਆ ਅਸੀਂ ਹੁਣ ਵੀ ਉਹਨਾਂ ਦੀਆਂ ਚੁੱਲ੍ਹਾਂ ਤੇ ਬਹਿ ਕੇ ਚਗੇਰਾਂ ਵਿੱਚ ਇੰਜ ਗੱਲ ਹੈ ਰੋਟੀ ਖਾ ਲੈਂਦੇ ਹਾਂ। ਇੰਜ ਗੱਲ ਹੈ। ਠੀਕ ਹੋ ਗਿਆ। ਉਹ ਨਾ ਡੇਰੇ ਤੇ ਆਏ, ਕੱਚੇ ਘਰ ਆਏ, ਪੱਕੇ ਕੋਈ ਨਾ ਸਨ ਬਣਾ। ਉਹਨਾਂ ਮੋੜ ਬਜ਼ੁਰਗਾਂ ਕੋਲ ਪੁੱਛਿਆ, ਬਸ ਹੁਣ ਜ਼ਮੀਨ ਦਾ ਰੇਟ ਹੈ ਤਾਂ ਤਕਰੀਬਨ ਹੁਣ ਉੱਥੇ 3 ਤੋਂ 4 ਲੱਖ ਮਰਲੇ ਦਾ ਮਾਸ਼ਾਅੱਲਾ। ਅਗਰ ਕੱਲ ਨੂੰ ਕੋਈ ਤੁਸੀਂ ਜਿਹੜੇ ਰੇਟ ਵਧਦੇ ਪਏ ਨੇ ਬਾਅਦ ਸਾਨੂੰ ਠਾ ਛੋੜੋ ਬਣਾਵੀਏ, ਬਜ਼ੁਰਗਾਂ ਮੋੜ ਉਹਨਾਂ ਸਾਰਿਆਂ ਨੇ ਇਜਾਜ਼ਤ ਦਿੱਤੀ ਤੁਸੀਂ ਬਣਾਓ। ਹੁਣ ਉਹਨਾਂ ਪੱਕੇ ਘਰ, ਯਕੀਨ ਕਰੋ ਅਸੀਂ ਪੱਕਾ ਘਰ ਬਣਾਇਆ 2.5 ਸਾਲ ਪਹਿਲੇ। ਸਹੀ ਹੈ। ਸਾਡੇ ਤੋਂ ਪਹਿਲੇ ਸਾਡੇ ਲੋਕ ਵਾਲੇ ਜਿਤਨੇ ਵੀ ਗੈਰ ਕਾਸ਼ਤਕਾਰ ਬਿਰਾ ਹੈ, ਉਹਨਾਂ ਦੇ ਪੱਕੇ ਚਿਪਸਾਂ ਲੱਗੀਆਂ ਹੋਈਆਂ ਹੋਣੀਆਂ, ਤੇ ਉਹਨਾਂ ਮਤਲਬ ਹੈ ਕਿ ਮੈਂ ਬਜ਼ੁਰਗਾਂ ਨੂੰ ਆਖਣਾ ਵੇਖੋ ਉਹਨਾਂ ਵੀ ਬਣਾ ਲਿਆ ਘਰ, ਉਹਨਾਂ ਵੀ ਬਣਾ ਲਿਆ, ਅਸੀਂ ਵੀ ਕੋਈ ਪੱਕਾ ਘਰ ਬਣਾਈਏ। ਕਿਆ ਬਾਤ ਹੈ। ਤੇ ਸਾਡਾ ਤਾਂ ਇਹਦਾ ਅਲਹਮਦੁਲਿਲਾ ਸਾਦਾ ਲੋਕ ਹਾਂ। ਚਲੋ ਇਹ ਤੇ ਸਾਥ ਵਾਲਾ ਜਿਹੜਾ ਨਿਜ਼ਾਮ ਹੈ ਤੁਹਾਡਾ, ਉਹ ਸਾਡਾ ਪੰਜਾਬ ਦਾ ਕਲਚਰ ਹੈ। ਸਾਥ ਵਾਲਾ ਨਿਜ਼ਾਮ ਇਹ ਬੜਾ ਪੁਰਾਣੇ ਅਰਸੇ ਤੋਂ ਚੱਲ ਰਿਹਾ ਸਾਡੀ ਫੈਮਿਲੀ ਵਿੱਚ। ਸਹੀ ਹੈ। ਅੱਗੇ ਬਜ਼ੁਰਗਾਂ ਦੇ ਚਾਚੂ ਜਾਨ ਹੈ ਸਿਲਾਬਤ ਰਾਂਝਾ ਸਾਹਿਬ, ਉਹ ਪੰਚਾਇਤ ਮੁਕਾਇੰਦੇ ਹੈ। ਉਸ ਤੋਂ ਬਾਅਦ ਮੇਰੇ ਤਾਇਆ ਬੂਆ ਜ਼ਹੂਰ ਰਾਂਝਾ ਸਾਹਿਬ, ਉਹਨਾਂ ਮੁਕਾਈ। ਅੱਗੋਂ ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ ਸਟਾਰਟ ਕਰ ਦਿੱਤੀ। ਸਹੀ ਹੈ। ਉਹਦਾ ਹੈ ਕਿ ਉਹ ਜਨਾਬ ਅਸੀਂ ਪੂਰੇ ਤਕਰੀਬਨ 3 ਤੋਂ 4 ਜਾਂ 5 ਜ਼ਿਲ੍ਹੇ ਹਨ। ਸਹੀ। ਫੀ ਸਬੀਲਿਲ੍ਲਾਹ। ਸਹੀ ਹੈ। ਬਜ਼ੁਰਗਾਂ ਜਨਾਬ ਇੱਕ ਹੁੰਦਾ ਹੈ ਕਿ ਹੁਣ ਵੇਖੋ ਸਾਡਾ ਜਿਹੜਾ ਕਾਨੂੰਨ ਦਾ ਸਿਸਟਮ ਹੈ ਪਾਕਿਸਤਾਨ ਵਿੱਚ, ਉਹਦਾ ਤੁਹਾਨੂੰ ਅੱਗੇ ਪਤਾ, ਮੈਂ ਐਕਸਪਲੇਨ ਨਾ ਕਰਨਾ ਚਾਹੁੰਦਾ, ਹਰ ਬੰਦੇ ਨੂੰ ਪਤਾ ਹੈ, ਜਿਹੜੇ ਵੇਖਣ ਵਾਲੇ ਉਹਨਾਂ ਨੂੰ ਨਹੀਂ ਪਤਾ। ਮਤਲਬ ਇਹ ਕਿ ਜੀ ਉਹਨਾਂ ਉਹ ਕਰਨਾ ਹੁੰਦਾ ਜਿਹੜੀ ਸਾਡੀ ਪੁਲਿਸ ਰਿਪੋਰਟ ਬਣਾਉਂਦੀ ਇੰਜ ਗੱਲ ਕੋਈ ਸ਼ੱਕ। ਠੀਕ ਹੋ ਗਿਆ। ਮੈਂ ਨਾ ਸਟਾਰਟ ਵਿੱਚ ਬੜਾ ਸੋਚਣਾ ਯਾਰ ਅੱਬੂ ਇਤਨਾ ਕਰ ਰਹੇ ਨੇ, ਇਹ ਕਰ ਕਦੀ ਸਾਡੇ ਕੋਲ ਪਲੇਟਫਾਰਮ ਹੁੰਦਾ ਤੇ ਮੈਂ ਸਾਰੀ ਜਿਹੜੀ ਵੀ ਉੱਤੇ ਸਾਡੇ ਐਨ ਆਈ ਜੀ ਸਾਹਿਬ ਹੋ ਗਏ, ਉਹਨਾਂ ਤੱਕ ਗੱਲ ਹੀ ਬੰਦਾ ਆਪਣਾ ਦੇ ਤੱਕ ਪੜਾਵੇ ਬਈ ਯਾਰ ਅਸੀਂ ਵੀ ਕਰ ਰਹੇ ਹਾਂ, ਕੋਈ ਸਾਨੂੰ ਵੀ ਗਿਣੋ। ਹਾਂ ਬਿਲਕੁਲ। ਤੁਸੀਂ ਤਨਖਾਹਾਂ ਲੈਂਦੇ ਹੋ, ਅਸੀਂ ਇੱਕ ਫੀ ਸਬੀਲਿਲ੍ਲਾਹ ਕਰ ਰਹੇ ਹਾਂ, ਅੱਛਾ ਕਰ ਰਹੇ ਹਾਂ, ਲੇਕਿਨ ਥੋੜਾ ਸਾਨੂੰ ਹੈਲਪ ਆਊਟ ਹੋ ਜਾਵੇ। ਜੀ ਇੰਜ ਗੱਲ ਹੈ। ਤੇ ਉਹ ਮੇਰਾ ਪੈਗਾਮ ਹੈ ਵੀ ਚਲਾ ਵੀ ਜਾਵੇ ਹੁਣ ਸੋਸ਼ਲ ਮੀਡੀਆ ਦੇ ਥਰੂ। ਨਹੀਂ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ, ਹੋਣਾ ਚਾਹੀਦਾ ਸਰ। ਲੋਕ ਅਦਾਲਤਾਂ ਵਿੱਚ ਬਹਿੰਦੇ ਨੇ, ਜੀ ਹਾਂ, ਫੈਸਲੇ ਕਰਾਉਂਦੇ ਨੇ, ਉਹਨਾਂ ਦੇ ਫੈਸਲੇ ਹੁੰਦੇ, ਉਹਨਾਂ ਦਾ ਆਖਰ ਜਿਹੜਾ ਹੁੰਦਾ ਨਾ ਰਿਜ਼ਲਟ ਇਹ ਨਿਕਲਦਾ ਕਿ ਮੁੜ ਲੜਾਈਆਂ ਹੁੰਦੀਆਂ। ਜੀ ਹਾਂ। ਠੀਕ ਹੋ ਗਿਆ। ਕਦੇ ਵੀ ਇਹ ਨਹੀਂ ਵੇਖਿਆ ਕਿਸੇ ਦਾ ਅਦਾਲਤ ਤੋਂ ਫੈਸਲਾ ਹੋਇਆ, ਉਹਨਾਂ ਦੀ ਸੁਲ੍ਹਾ ਹੋਈ, ਸਮਝੌਤਾ ਨਹੀਂ, ਅਦਾਲਤ ਤੋਂ ਫੈਸਲਾ ਹੋਇਆ, ਮੁੜ ਉਹਨਾਂ ਦਾ ਇੱਕ ਰਿਵੈਂਜ। ਬਿਲਕੁਲ ਠੀਕ ਹੋ ਗਿਆ। ਇੱਕ ਬੰਦਾ ਕਿਸੇ ਦੇ ਹੱਕ ਵਿੱਚ ਹੁੰਦਾ, ਕਿਸੇ ਦੇ ਖਿਲਾਫ ਹੁੰਦਾ। ਸਾਡੇ ਵਿੱਚ ਇੰਜ ਹੈ ਕਿ ਮੈਂ ਕੂੜਾ ਹੈ ਨਾ, ਮੈਂ ਜਾ ਕੇ ਉੱਥੇ ਸੱਚਿਆ ਹੋ ਗਿਆ, ਇੰਜ ਗੱਲ ਹੈ। ਅਗਲੇ ਬੰਦੇ ਦੇ ਵਿੱਚ ਮੁੜ ਨਫ਼ਰਤ ਹੀ ਬਣ ਪੈਣੀ, ਯਾਰ ਇਹ ਕੂੜਾ, ਮੁੜ ਜਾ ਕੇ ਉੱਥੇ ਸੱਚਾ ਹੋ ਗਿਆ, ਉਸ ਨੂੰ ਰਿਵੈਂਜ ਲੈਣਾ, ਉਹਦਾ ਮੁੜ ਐਂਡ ਮਾੜਾ ਹੀ ਨਿਕਲਣਾ। ਜੀ ਸਾਡੇ ਕੋਲ ਇਹ ਹੈ ਕਿ 2 ਘਰ ਆ ਬੈਂਦੇ ਨੇ, ਬਜ਼ੁਰਗ ਪ੍ਰੋਪਰ ਉਹਨਾਂ ਦਾ ਪ੍ਰੋਪਰ ਸੁਣਦੇ ਨੇ, ਉਹਨਾਂ ਦੇ ਲੋਕਾਂ ਵਿੱਚ ਗਵਾਹੀਆਂ ਲੈਂਦੇ। ਬਿਲਕੁਲ ਛੜੀ ਉਹਨਾਂ ਦੀ ਗੱਲ ਤਾਂ ਨਹੀਂ ਰਹਿੰਦੇ, ਉਹਨਾਂ ਦੇ ਪਿੰਡਾਂ ਥਾਵਾਂ ਵਿੱਚ ਤਕਰੀਬਨ ਇਹ ਮੁੜ ਸਾਰੇ ਜਟਕੇ ਹਿਸਾਬ ਹੁੰਦਾ ਹੈ ਕਿ ਗੁਜਰਾਤ ਹੋ ਗਿਆ, ਸਰਗੋਦਾ ਹੋ ਗਿਆ। ਜੀ ਇੰਜ ਗੱਲ ਹੈ। ਬਜ਼ੁਰਗਾਂ ਦੇ ਆਲਮ ਦਾ ਆਪਦਾ ਹੀ ਹੈ ਇਸਲਾਮ ਦਾ, ਉਹ ਮੁੜ ਗਵਾਹੀਆਂ ਲੈਂਦੇ ਨੇ ਇਸ ਬੰਦੇ ਦਾ ਵਾਕਈ ਗੱਲ ਹੈ ਇਹ ਮੁੜ ਅੱਗੋਂ ਮਤਲਬ ਕਿੰਨੀ ਜਾਂਚ ਪੜਤਾਲ ਹੁੰਦੀ ਹੈ ਕਿ ਇੱਕ ਬੰਦੇ ਦਾ ਗੱਲ ਨਿਆਂ ਤੇ ਅਪੜ ਪੈਂਦੀ ਹੈ, ਉਹ ਤ੍ਰਿਅਕਲੀ ਨਿਆਂ ਹੁੰਦਾ। ਇੰਜ ਗੱਲ ਹੈ। ਬਾਜ਼ ਦਫਾ ਜ਼ਿਆਦਾ ਕੇਸ ਜਿਹੜੇ ਉਹਨਾਂ ਨੂੰ ਆਉਂਦਾ ਤ੍ਰਿਅਕਲੀ ਨਿਆਂ ਹੁੰਦੇ ਨੇ, ਕੰਪਲਿਕੇਟਡ ਹੁੰਦੇ ਨੇ। ਸਹੀ ਹੈ। ਸਿਰ ਦਾ ਬੰਦਾ ਤਾਂ ਇੰਜ ਹੀ ਆਪਣੇ ਆਪ ਨੂੰ ਸਫਾਈ ਦੇਣ ਵਾਸਤੇ ਕਈ ਬੰਦੇ ਹੁੰਦੇ ਨੇ। ਹਾਂ ਲੇਕਿਨ ਵੇਖ ਤੀਜਾ ਬੰਦਾ ਜਿਹੜਾ ਹੈ ਨਾ, ਉਹ ਉਹਨਾਂ ਦੀ ਆ ਕੇ ਸਫਾਈ ਦੇਵੇਗਾ, ਅਸੀਂ ਇਹਦੀ ਗਾਰੰਟੀ ਨਹੀਂ। ਜ਼ਿਆਦਾਤਰ ਅੱਬੂ ਜਿਹੜੇ ਹਨ 100 ਵਿੱਚੋਂ 95% ਜਿਹੜੇ ਵੀ ਮਾਮਲਾਤ ਹੁੰਦੇ ਨੇ ਉਹਨਾਂ ਦੇ ਸਮਝੌਤੇ ਕਰਕੇ ਗਲਾਈਂਦੇ ਨੇ, ਦੋਵਾਂ ਘਰਾਂ ਦੇ ਆਪਸ ਵਿੱਚ ਜੱਫੀਆਂ ਗਤਵਾ ਕੇ ਗਲਦੇ ਨੇ।
ਲੋਕ ਵੇਖ ਰਹੇ ਹੋਣ, ਅਗਰ ਕਿਸੇ ਨਾਲ ਕੋਈ ਜ਼ਿਆਦਤੀ ਹੋਈ ਹੋਵੇ ਬੇਸ਼ੱਕ ਕਮੈਂਟ 'ਚ ਦੱਸ ਵੀ ਸਕਦਾ ਵੀ ਕਿਸੇ ਨਾਲ ਕੋਈ ਜ਼ਿਆਦਤੀ ਹੋਈ। ਸਹੀ ਹੈ। ਜ਼ਿਆਦਾਤਰ ਹੁਣ ਵੇਖੋ ਨਾ ਆਪਣੇ ਟਾਈਮ ਅੱਜ ਕੱਲ ਕੋਈ ਬੰਦਾ ਕੋਈ ਟਾਈਮ ਨਹੀਂ ਕਿਸੇ ਵਾਸਤੇ, ਸੱਕੇ ਵਿਰਾਹ ਵਾਸਤੇ ਵੀ ਕੋਈ ਟਾਈਮ ਨਹੀਂ। ਨਫਸਾ ਨਫਸੀ ਦਾ ਆਲਮ ਹੋਇਆ ਪਿਆ। ਸਰਗੋਦਾ ਹੈ, ਗੁਜਰਾਤ ਹੈ, ਹਾਫਜ਼ਾਬਾਦ ਹੈ, ਬਜ਼ੁਰਗਾਂ ਆਪਣੀ ਗੱਡੀ ਤੇ ਬਹਿਣਾ, ਸਹੀ ਜਾ ਕੇ ਉੱਥੇ ਵਕੂਆ ਚੈੱਕ ਕਰਨਾ, ਇੰਜ ਗੱਲ ਸਾਰੀਆਂ ਗੱਲਾਂ ਪੁੱਛਣੀਆਂ। ਬਜ਼ੁਰਗ ਜ਼ਿਆਦਾਤਰ ਗਾਂ ਉੱਥੇ ਵਾਗ ਵੈਂਦੇ, ਸਹੀ ਮੁੱਲ ਵਕੂ ਵੇਦਨ, ਸਾਰਾ ਮੌਕਾ ਵੇਦਨ, ਚੈੱਕ ਕਰਦੇ ਮੋੜ, ਉਸ ਤੋਂ ਬਾਅਦ ਫੈਸਲਾ ਕਰਦੇ। ਗੱਲ ਅੱਗੇ ਲੈ ਕੇ ਚੱਲਨੇ ਆ ਕਿ ਵੀ ਬਜ਼ੁਰਗ ਜਿਹੜੇ ਨੇ, ਕਿਉਂਕਿ ਇਹ ਤੁਸੀਂ ਦਾਦੇ ਦਾ ਦੱਸਿਆ, ਉਸ ਤੋਂ ਬਾਅਦ ਚਾਚਿਆਂ ਦਾ ਦੱਸਿਆ, ਚਾਚੇ ਤੋਂ ਬਾਅਦ ਬਜ਼ੁਰਗ ਤੁਹਾਡੇ ਘਰ ਨੇ, ਤੇ ਤੁਸੀਂ ਤੇ ਦੁਬਈ ਆ ਗਏ ਭਾਈਜਾਨ, ਹੁਣ ਤੁਸੀਂ ਤੇ ਆ ਗਏ ਜਨਾਬ, ਤੁਸੀਂ ਕਰ ਲਵੋ ਕਿ ਆਪਣਾ ਮੁਲਕ ਵੀ ਛੱਡ ਦਿੱਤਾ ਜੀ, ਸਿਲਸਿਲਾ ਰੋਜ਼ਗਾਰ ਵਾਸਤੇ ਹੀ ਬੰਦਾ ਘਰੋਂ ਨਿਕਲਦਾ ਵੇ, ਬਿਹਤਰੀ ਵਾਸਤੇ ਹੀ ਨਿਕਲਦਾ ਵੇ, ਲੇਕਿਨ ਇਹ ਜਿਹੜਾ ਤੁਹਾਡਾ ਕਲਚਰ ਜਿਹੜਾ ਤੁਸੀਂ ਲੈਗਸੀ ਲੈ ਕੇ ਚੱਲ ਰਹੇ ਹੋ ਬਜ਼ੁਰਗਾਂ ਵਾਲੀ, ਉਹਨੂੰ ਕੌਣ ਮੇਨਟੇਨ ਕਰੇਗਾ? ਉੱਥੇ ਸੱਥਾਂ ਮੁਕਾਉਣੀਆਂ, ਭਰੇ ਪੰਚਾਇਤਾਂ ਹੋ ਗਈਆਂ, ਇਹੋ ਜਿਹਾ। ਹਾਂ, ਮੇਰੇ ਸਾਰੇ ਪਿਤਰੇਰ, ਮੇਰੇ ਬਿਰਾਵਾਂ ਆਰਨੋ ਸਾਰੇ, ਅੱਛਾ ਤੇ ਸਾਡੀ ਰਿਹਾਇਸ਼, ਠੀਕ ਹੈ। ਸਾਡੇ ਜਿੰਨੇ ਵੀ ਮਹਿਮਾਨ ਹੁੰਦੇ ਨੇ, ਬੜਾ ਬਜ਼ੁਰਗ ਨਹੀਂ ਵੀ ਹੁੰਦੇ, ਤੇ ਮੇਰੇ ਤਾਇਆ ਅਬੂ ਜਿਹੜੇ ਹਨ ਬਾਬਾ ਜ਼ਹੂਰ ਅਹਿਮਦ ਰਾਂਝਾ ਸਾਹਿਬ, ਅੱਲਾ ਉਹਨਾਂ ਦੀ ਲੰਮੀ ਜ਼ਿੰਦਗੀ ਕਰੇ, ਆਦਨ ਨੇ ਸਰਕਟ ਦੂ ਤਾਰਾਂ ਨਾਲ ਚੱਲਦਾ ਹੈ, ਸਰਤ ਤੇ ਕਰਮ। ਅਗਰ ਬਜ਼ੁਰਗ ਬਾਹਰ ਵੈਂਦੇ ਉਹ ਰਿਸਪੈਕਟ ਤਾਂ ਹੀ ਬੰਦੇ ਦੀ ਹੁੰਦੀ, ਬੰਦਾ ਘਰੋਂ ਚੌਧਰੀ ਹੋਵੇ। ਬਿਲਕੁਲ ਇੰਜ ਉਹਨਾਂ ਨੂੰ ਘਰੋਂ ਚੌਧਰੀ ਬਣਾਉਣ ਵਾਲੇ ਮੇਰੇ ਤਾਇਆ, ਸਹੀ, ਅੱਲਾ ਉਹਨਾਂ ਨੂੰ ਲੰਮੀ ਜ਼ਿੰਦਗੀ ਕਰੇ, ਆਮੀਨ ਆਮੀਨ। ਤੇ ਜ਼ਾਹਿਰ ਇਹ ਉਹਨਾਂ ਪਾਕ ਉਹਨਾਂ ਦੇ ਸਿਰੇ ਤੇ ਬੰਨੀ ਹੋਈ ਹੈ ਕਿ ਬੇਜਵਾਨਾ ਤੂੰ ਇਹ ਕਰ। ਮੈਂ ਕਦੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀ ਨਮਾਜ਼ ਕਜ਼ਾ ਹੋਤੀ ਨਹੀਂ, ਮਾਸ਼ਾਅੱਲਾ, ਉਸ ਬੰਦੇ ਕੀ ਦੀ ਮੈਂ ਗਵਾਹੀ ਦੇ ਸਕਦਾ, ਆਪਣੇ ਤਾਇਆ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਹੁਣ ਇੱਥੇ ਤੁਸੀਂ ਦੁਬਈ ਆ ਕੇ ਕੀ ਕੰਮ ਧੰਦਾ ਸ਼ੁਰੂ ਕੀਤਾ? ਤੁਸੀਂ ਚੰਗੇ ਭਲੇ ਝਟਕੇ ਬੰਦੇ ਆਓ ਤੇ ਵਾਈ ਬੀਜੀ ਕਰਿੰਦੇ ਪਏ ਆਓ। ਸਫੈਦ ਪੋਸ਼ ਬੰਦਾ ਜਿਹੜਾ ਹੁੰਦਾ, ਸਹੀ ਹੈ, ਉਹਨੂੰ ਕੋਈ ਨਾ ਕੁਝ ਹਾਲਾਤ ਹਾਜ਼ਰਾ ਵਿੱਚ ਕੋਈ ਨਾ ਕੋਈ ਕਰਨਾ ਚਾਹੀਦਾ, ਕੋਈ ਹੱਥ ਲਾਉਣਾ ਚਾਹੀਦਾ। ਬਿਲਕੁਲ ਇੰਜ ਗੱਲ ਹੈ, ਘਰ ਨਹੀਂ ਬਣਾ ਚਾਹੀਦਾ, ਕੰਮ ਕਰਨਾ ਚਾਹੀਦਾ। ਓਕੇ, ਮੇਰਾ ਡਾਕੂਮੈਂਟਸ ਦਾ ਕੰਮ ਹੈ ਇੱਥੇ ਦੁਬਈ ਵਿੱਚ, रजिस्ट्रेशन ऑफ कंपनीज, जितने लोग भी अंदर बिजनेस सेटअप वगैरह ये वो इस तरह ਦਾ ਸਾਰਾ ਠੀਕ ਹੋ ਗਿਆ। ਚਲੋ ਇਹ ਤਾਂ ਬਹੁਤ ਅੱਛੀ ਗੱਲ ਹੈ। ਤੇ ਇਹ ਦੱਸੋ ਕਿ ਬਈ ਜਿਹੜੀ ਹੁਣ ਟਿਕਟੌਕ ਤੇ ਜਿਹੜਾ ਤੁਸੀਂ ਪਾਪੂਲਰ ਹੋ, ਤੇ ਇਹਦੇ ਤੇ ਤਾਂ ਲੋਕ ਬੜਾ ਪੈਸਾ ਕਮਾਉਂਦੇ ਪਏ ਨੇ, ਤੇ ਤੁਸੀਂ ਮਤਲਬ ਕਿੰਨਾ ਕੁ ਪੈਸਾ? ਮੈਂ ਕੋਈ ਪੈਸਾ ਟਿਕਟੌਕ ਤੋਂ ਕੋਈ ਰੁਪਈਆ ਨਹੀਂ, ਬਿਲਕੁਲ ਕੋਈ ਪੈਸਾ ਨਹੀਂ, ਲੋਕ ਲਾਈਵ ਬੈ ਕੇ ਵੀ ਕਮਾਉਂਦੇ ਨੇ, ਲੇਕਿਨ ਮੈਂ ਨਹੀਂ। ਤੇ ਅੱਛਾ, ਇਹ ਦੱਸੋ ਕਿ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਜਿੰਨੇ ਵੀ ਤੁਹਾਡੇ ਫਾਲੋਅਰਸ ਨੇ, ਤੁਹਾਡੇ ਮੁਹੱਬਤ ਕਰਨ ਵਾਲੇ ਨੇ, ਉਹਨਾਂ ਨੂੰ, ਔਰ ਜਿਹੜੇ ਟਿਕਟੌਕ ਇਸਤੇਮਾਲ ਕਰਦੇ ਪਏ ਨੇ, ਕੋਈ ਉਹਨਾਂ ਨੂੰ ਟ੍ਰਿਕ ਕੋ ਦੱਸ ਦਿਓ, ਕੋਈ ਟਿਪ ਦੱਸ ਦਿਓ। ਅਗਰ ਕੋਈ ਵੀਡੀਓ ਸਟਾਰਟ ਕਰਦੇ ਹੋ ਉਹਦੇ ਵਿੱਚ ਤੁਸੀਂ ਅੱਛਾ ਕੰਟੈਂਟ ਦਿਓ, ਲਾਈਕ ਮੇਰੇ ਵਾਲਾ ਵੀ ਕੋਈ ਦੇ ਲਵੇ, ਤਾਂ ਉਸ ਵੀ ਮੈਂ ਨਹੀਂ ਕਹਿੰਦਾ ਕਿ ਨਾ ਵਾਇਰਲ ਹੋਵੇ, ਉਸ ਵੀ ਵਾਇਰਲ ਹੋਣਾ। ਬਾਕੀ ਯਾਰ ਸੋਸ਼ਲ ਮੀਡੀਆ ਦਾ ਪੋਜ਼ਿਟਿਵ ਇਸਤੇਮਾਲ ਕਰੋ, ਖੁਦਾ ਰਾ ਅੱਲਾ ਤੋਂ ਡਰੋ, ਇੱਕ ਜਿਹੜੇ ਸਾਰਿਆਂ ਕਬਰ 'ਚ ਜਾਣਾ ਹੈ। ਚਲੋ ਜੀ ਅਸਦ ਭਾਈ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਨਾਜ਼ਰੀਨ, ਅਸਦ ਭਾਈ ਨੇ ਜਿਹੜੀ ਤੁਹਾਨੂੰ ਗੱਲਾਂ ਦੱਸੀਆਂ ਨੇ, ਇਹਦੇ 'ਤੇ ਅਮਲ ਕਰੋ, ਅੱਛੇ ਕੰਮ ਕਰੋ। ਜਿਹੜੇ ਟਿਪਸ ਐਂਡ ਟ੍ਰਿਕਸ ਉਹਨਾਂ ਤੋਂ ਦੱਸੇ ਨੇ ਕਿ ਅਗਰ ਪੋਜ਼ਿਟਿਵ ਤੁਸੀਂ, ਮੈਂ ਨਾ ਆਦਾ ਕਿ ਮੈਂ ਕੋਈ ਬੜਾ ਭਾਈ ਜੀ, ਮੈਂ ਨਾ ਆਦਾ ਕਿ ਮੈਂ ਕੋਈ ਬੜਾ ਮਤਲਬ ਹੈ ਕਿ ਕੋਈ ਪਰਹੇਜ਼ਗਾਰ, ਮੈਂ ਗੁਨਾਹਗਾਰ ਜਿਹਾ ਬੰਨਾ, ਲੇਕਿਨ ਜਿਹੜੀਆਂ ਅੱਛੀ ਚੀਜ਼ਾਂ ਲੱਗਦੀਆਂ ਨੇ ਮੈਨੂੰ, ਹਾਂ ਨਹੀਂ ਮੈਂ ਟਰਾਈ ਕਰਦਾ ਕਿ ਉਹ ਕਰਾਂ। ਨਜ਼ਾਰਾ ਦੇਖੋ, ਅੱਲਾਹ ਤਾਲਾ ਦੀ ਜ਼ਾਤ ਜਿਹੜਾ ਨਾ ਤੁਹਾਨੂੰ ਇੱਜ਼ਤ ਦਿੱਤੀ ਹੈ, ਔਰ ਕਿਸੇ ਦੀ ਵਜ੍ਹਾ ਤੋਂ ਦਿੱਤੀ ਹੈ, ਲਿਹਾਜ਼ਾ ਤਮਾਮ ਲੋਕਾਂ ਦੀ ਇੱਜ਼ਤ ਸਲਾਮਤ ਰਹਿਣ ਜੀ। ਅਸਦ ਜਾਫਰੀ ਨੂੰ ਇਜਾਜ਼ਤ ਦਿਓ, ਅੱਲਾਹ ਹਾਫਿਜ਼।